कि ਇਹ ਇੱਕ ਨੇ ਵਿੱਚ ਪਰਮਾਤਮ ਦੇ ਜੋ ਆਤਮ ਦੀਪ ਕਾਇਆ ਘਰ ਨੂੰ ਜੇ ਸੋਧ ਲਈਏ ਮੁੱਕ ਜਾਵਣ ਸਭ ਮਾਤਮ। ਤੂੰ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਦਰਸ਼ਕ ਪੌਣਾ ਜੀ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਦਾ ਜੋ ਸੁਗੜ ਵਿਚਾਰ ਹੈ ਉਹ ਹੈ ਕਿ ਆਤਮ ਤੇ ਪਰਮਾਤਮ ਦੋ ਨੇ। ਮਟੀਰੀਅਲ ਦੇ ਧਾਤ ਦੇ ਇਸ ਜਗਤ ਅੰਦਰ ਜੋੜੇ ਦੇ ਰੂਪ ਵਿੱਚ ਸਾਨੂੰ ਦੋ ਪਹਿਲੂ ਨਜ਼ਰੀ ਪੈਂਦੇ ਨੇ, ਜਿਵੇਂ ਇੱਕ ਰਾਤ ਆ ਇੱਕ ਦਿਨ ਆ, ਇੱਕ ਹਨੇਰ ਆ ਇੱਕ ਚਾਨਣ ਆ, ਇੱਕ ਉੱਚਾ ਆ ਇੱਕ ਨੀਵਾਂ ਆ, ਇੱਕ ਗਰਮ ਆ ਇੱਕ ਠੰਡਾ ਆ। ਹੋਰ ਵੀ ਕਈ ਰੂਪ ਨੇ, ਪਰ ਇਹ ਸਭ ਦੋ ਹੋਣ ਦੇ ਬਾਵਜੂਦ ਕਦੀ ਵੀ ਇੱਕ ਨਹੀਂ ਹੋ ਸਕਦੇ। ਪਰ ਸੂਰਜ ਤੇ ਕਿਰਨ, ਬਰਫ਼ ਤੇ ਪਾਣੀ, ਮੂਲ ਤੇ ਅੰਸ਼ ਦੋ ਹੋਣ ਦੇ ਬਾਵਜੂਦ ਇੱਕ ਹੋ ਜਾਂਦੇ ਨੇ। ਜਿਵੇਂ ਇੱਕ ਆਤਮਾ ਆ ਤੇ ਇੱਕ ਪਰਮਾਤਮਾ ਆ। ਅਧਿਆਤਮਿਕਵਾਦ ਵਿੱਚ ਇੱਕ ਸਵਾਲ ਬਹੁਤ ਵੱਡਾ ਉੱਠਦਾ ਏ ਕਿ ਆਤਮਾ ਤੇ ਪਰਮਾਤਮਾ ਦੋ ਨੇ। ਜੇ ਤੇ ਅਸੀਂ ਇੱਕ ਪਾਸੇ ਆਤਮਾ ਤੇ ਦੂਜੇ ਪਾਸੇ ਪਰਮਾਤਮਾ ਕਹਾਂਗੇ ਫਿਰ ਤੇ ਲਾਜ਼ਮੀ ਜਿਹੀ ਗੱਲ ਏ ਕਿ ਦੋ ਨੇ, ਮੰਨਣਾ ਪਵੇਗਾ। ਪਰ ਹੈਗਾ ਇਹ ਵੀ ਆ ਕਿ ਦੋ ਇੱਕ ਹੋ ਜਾਂਦੇ ਨੇ ਕਿਉਂਕਿ ਮੂਲ ਤੇ ਅੰਸ਼ ਇੱਕੋ ਹੀ ਹਨ। ਆਤਮਾ ਤੇ ਪਰਮਾਤਮਾ ਹੈ ਹੀ ਇੱਕ ਨੇ। ਬਸ ਵਿੱਚ ਪੜਦਾ ਕਿਸ ਚੀਜ਼ ਦਾ ਏ? ਵਜੂਦ ਦਾ, ਇਸ ਮਟੀਰੀਅਲ ਦਾ, ਜੋ ਇਸ ਸਰੀਰੀ ਵਜੂਦ ਦੇ ਕਾਰਨ ਏ। ਵਜੂਦ ਦੇ ਇਸ ਪ੍ਰਭਾਵ ਤੋਂ, ਤੱਤਾਂ ਦੇ ਇਸ ਪ੍ਰਭਾਵ ਤੋਂ ਉੱਪਰ ਉੱਠ ਜਦ ਬੰਦਾ ਉਸ ਪਰਮਾਤਮਾ ਦੇ ਗੁਣਾ ਅਸੂਲਾਂ 'ਚ ਘੜ ਆਪ ਦੇ ਆਪੇ ਨੂੰ ਪਾਕ ਸਾਫ਼ ਕਰ, ਆਪ ਦੇ ਅੰਦਰਲੇ ਮੇਰ ਤੀਰ ਵਾਲੇ ਦਵੈਤ ਭਾਵ ਨੂੰ ਖਤਮ ਕਰਦਾ ਏ, ਫਿਰ ਕਿਤੇ ਜਾ ਕੇ ਆਤਮਾ ਪਰਮਾਤਮਾ 'ਚ ਅਭੇਦ ਹੋ ਸਕਦੀ ਏ। ਆਤਮਾ ਪਰਮਾਤਮਾ ਇੱਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਆਤਮਾ ਨੂੰ ਪਰਮਾਤਮਾ 'ਚ ਅਭੇਦ ਹੋਣ ਦੀ ਖਾਤਰ ਉਹ ਸ਼ੁੱਧੀਕਰਨ ਕਰਨਾ ਪਵੇਗਾ ਜੋ ਪਿਓਰ ਅਸਲ ਗੁਣੀ ਕੁਆਲਿਟੀ ਦੁਆਰਾ ਹੀ ਹੋਵੇਗਾ। ਆਤਮਾ ਨੂੰ ਪਰਮਾਤਮਾ ਦੇ ਨਾਲ ਇੱਕ ਹੋਣ ਲਈ ਆਪਣੇ ਆਪ ਨੂੰ ਘੜਨਾ ਪੈਂਦਾ ਏ। ਘੜ ਕੇ ਹੀ ਇਹ ਗੱਲ ਕਹੀ ਜਾਂਦੀ ਏ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਦ ਬੂੰਦ ਸਾਗਰ ਵਿੱਚ ਜਾ ਕੇ ਮਿਲ ਗਈ, ਡਿੱਗ ਗਈ, ਫਿਰ ਬੂੰਦ ਦਾ ਕੋਈ ਵੱਖਰਾ ਵਜੂਦ ਨਜ਼ਰੀ ਨਹੀਂ ਆਏਗਾ। ਫਿਰ ਇਹ ਥੋੜਾ ਆਖਿਆ ਜਾਏਗਾ ਕਿ ਉਹ ਕਿਹੜੀ ਬੂੰਦ ਏ, ਕੋਈ ਵੱਖਰਾ ਰੂਪ ਨਹੀਂ, ਕਿਉਂਕਿ ਬੂੰਦ ਸਾਗਰ ਦੀ ਵਿਰਾਟਤਾ 'ਚ ਜਾ ਅਭੇਦ ਹੋ ਗਈ। ਫਿਰ ਦੋਵੇਂ ਇੱਕ ਹੀ ਹੋ ਗਏ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਹਰ ਤੇ ਹਰ ਜਨ ਕਦ ਇੱਕ ਹੁੰਦੇ ਨੇ? ਜਦ ਸੁਭਾਅ ਆਚਰਨ ਇੱਕ ਹੋ ਜਾਣ। ਜੋ ਮਾਲਕ ਸਤਿਪੁਰਖ ਪਰਵਤਗਾਰ ਵਿੱਚ ਕਾਨੂੰਨ ਲਾ ਨਿਜ਼ਮ ਮੌਜੂਦ ਏ ਉਹ ਜ਼ਰੂਰੀ ਏ ਕਿ ਸਾਡੇ ਸੁਭਾਅ ਵਿੱਚ ਵੀ ਆ ਜਾਣ, ਕਿਉਂਕਿ ਜੋ ਆਤਮਾ ਸਾਡੇ ਸਰੀਰ ਅੰਦਰ ਮੌਜੂਦ ਆ ਇਸ ਨੂੰ ਸਰੀਰੀ ਵਜੂਦ ਮੁਤਾਬਕ ਕਰਮ ਮੁਤਾਬਕ ਘੜਨਾ ਹੀ ਪੈਣਾ ਏ। ਪ੍ਰਕਿਰਤੀ ਦੇ ਨਿਯਮ ਅਨੁਸਾਰ ਇੱਥੇ ਹਰ ਚੀਜ਼ ਵੱਧਦੀ ਏ, ਵਿਕਾਸ ਕਰਦੀ ਏ, ਕਿਉਂਕਿ ਅੱਜ ਵੀ ਹਰ ਚੀਜ਼ ਵੱਧ ਰਹੀ ਏ। ਪਹਿਲੋਂ ਵਿਗਿਆਨ ਦਾ ਇੰਨਾ ਵੱਡਾ ਰੂਪ ਥੋੜਾ ਸੀ, ਅੱਜ ਵਧਿਆ ਏ। ਵਿਗਿਆਨ ਵਧਿਆ, ਐਜੂਕੇਸ਼ਨ ਵਧੀ, ਸਰੀਰ ਕਰਕੇ ਮਨੁੱਖ ਵਧਿਆ, ਉਮਰ ਵਧੀ, ਹਰ ਚੀਜ਼ ਦਾ ਵਿਕਾਸ ਹੋਇਆ। ਫਿਰ ਇਸੇ ਹੀ ਤਰ੍ਹਾਂ ਇੱਕ ਦਿਨ ਆਤਮਾ ਦਾ ਵਿਕਾਸ ਹੋਇਆ ਗਿਆਨ ਜਰੀਏ, ਅਸਲ ਸਤ ਸੂਝ ਜਰੀਏ। ਜਦ ਗੁਣਾ ਕਰਕੇ, ਅਸੂਲਾਂ ਕਰਕੇ, ਕਰੈਕਟਰ ਕਰਕੇ, ਆਚਰਨ ਕਰਕੇ ਹਰ ਚੀਜ਼ ਇਹਦੀ ਉਹਦੇ ਨਾਲ ਮੈਚ ਹੋਈ, ਫਿਰ ਇਹ ਵਜੂਦ ਤੋਂ ਉੱਪਰ ਉੱਠ ਉਹਦੇ 'ਚ ਜਾ ਸਮਾਈ। ਦੁਈ ਮਿਲ ਏਕ ਵਜੂਦ ਹੋਏ। ਇੱਕ ਹੋਣ ਲਈ ਕੜੀ ਜੱਦੋ ਜਹਿਦ 'ਚੋਂ ਲੰਘਣਾ ਪਿਆ। ਬਸ ਆਹੀ ਫਰਕ ਏ ਆਤਮਾ ਤੇ ਪਰਮਾਤਮਾ ਦੇ ਦਰਮਿਆਨ। ਵੈਸੇ ਆਤਮਾ ਪਰਮਾਤਮਾ ਦਾ ਹੀ ਰੂਪ ਹੈ, ਵਜੂਦ ਕਰਕੇ, ਆਕਾਰ ਕਰਕੇ, ਬੇਸ਼ੱਕ ਇਸ ਦੀ ਹੋਂਦ ਅਲੱਗ ਏ। ਆਤਮਾ ਨੂੰ ਆਪਣੀ ਮੰਜ਼ਿਲ ਤੱਕ ਅੱਪੜਨ ਲਈ ਟਰੈਵਲ ਕਰਨਾ ਪਵੇਗਾ, ਸੂਝ ਸਮਝ ਗਿਆਨ ਤੇ ਸਤਬੁੱਧ ਵਿਵੇਕ ਦੀ ਸਵਾਰੀ ਜਰੀਏ। ਇਹਨਾਂ ਦੀ ਸਵਾਰੀ ਤੋਂ ਬਿਨਾਂ ਸਫ਼ਰ ਤੈਅ ਨਹੀਂ ਹੋਵੇਗਾ, ਪਰਮਾਤਮਾ ਵਿੱਚ ਸਮਾਈ ਨਹੀਂ ਹੋਵੇਗੀ। ਫਿਰ ਸਾਡੇ ਸਭ ਦੇ ਜੀਵਨ ਵਿੱਚ ਧਿਆਨ ਯੋਗ ਮਸਲਾ ਇਹੀ ਖੜਾ ਹੁੰਦਾ ਏ
ਕਿ ਸਾਡਾ ਵਜੂਦ ਹੀ ਇੰਨਾ ਤਰਾਸ਼ਿਆ ਤੇ ਘੜਿਆ ਹੋਵੇ ਕਿ ਸਾਡੀ ਆਤਮਾ ਨੂੰ ਨਵੇਂ ਤੱਤ ਲੈਣ ਤੋਂ, ਨਵਾਂ ਸਰੀਰ ਲੈਣ ਤੋਂ ਮੁਕਤ ਕਰਾ ਦੇਵੇ। ਕਿਉਂਕਿ ਇਹ ਜਿਸਮ ਆਤਮਾ ਨੂੰ ਓਨੀ ਦੇਰ ਨਹੀਂ ਛੱਡਦਾ ਜਿੰਨੀ ਦੇਰ ਤੱਕ ਘੜਿਆ ਨਾ ਹੋਵੇ। ਫਿਰ ਆਤਮਾ ਜਦ ਪਰਮਾਤਮਾ ਤੱਕ ਪਹੁੰਚ ਜਾਂਦੀ ਏ, ਮੁੜ ਇਸ ਨੂੰ ਜਿਸਮ ਧਾਰਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂਕਿ ਜੇ ਆਤਮਾ ਦਾ ਇਸ ਸਰੀਰ ਰੂਪੀ ਸਾਧਨ 'ਚ ਉਤਾਰਾ ਹੋਇਆ ਏ ਤੇ ਪਰਮਾਤਮਾ ਤੱਕ ਪਹੁੰਚਣ ਲਈ, ਜਿਵੇਂ ਜਦੋਂ ਵੀ ਕਿਤੇ ਅਸੀਂ ਸਫ਼ਰ 'ਤੇ ਨਿਕਲਦੇ ਹਾਂ ਤਾਂ ਸਾਡੇ ਲਈ ਜ਼ਰੂਰੀ ਹੁੰਦਾ ਏ ਕਿ ਅਸੀਂ ਮੰਜ਼ਿਲ ਤੱਕ ਪਹੁੰਚਣਾ ਏ। ਤੇ ਜੇ ਕਿਤੇ ਕਿਸੇ ਮਜਬੂਰੀ ਵਸ ਸਾਡਾ ਸਾਧਨ ਸਾਨੂੰ ਮੰਜ਼ਿਲ 'ਤੇ ਨਾ ਪਹੁੰਚਾਉਂਦਾ ਹੋਵੇ ਤਾਂ ਅਸੀਂ ਸਾਧਨ ਬਦਲ ਲੈਂਦੇ ਹਾਂ। ਕਿਉਂਕਿ ਮੰਜ਼ਿਲ 'ਤੇ ਅੱਪੜਨ ਲਈ ਸਾਨੂੰ ਭਾਵੇਂ ਕਿੰਨੇ ਵੀ ਸਾਧਨ ਕਿਉਂ ਨਾ ਬਦਲਣੇ ਪੈਣ, ਅਸੀਂ ਬਦਲਦੇ ਹਾਂ। ਇਸੇ ਤਰ੍ਹਾਂ ਆਤਮਾ ਦੀ ਮੰਜ਼ਿਲ ਪਰਮਾਤਮਾ ਏ। ਆਤਮਾ ਦਾ ਅਸਲ ਟਿਕਾਣਾ, ਅਸਲ ਮੰਜ਼ਿਲ ਕਹਿ ਲਓ ਕਿ ਪਰਮਾਤਮਾ ਏ। ਆਤਮਾ ਨੂੰ ਵੀ ਪਰਮਾਤਮਾ ਤੱਕ ਪਹੁੰਚਣ ਲਈ ਸਾਧਨ ਚੇਂਜ ਕਰਨੇ ਪੈਂਦੇ ਨੇ। ਜੇ ਇਸ ਨੇ ਇਸ ਵਾਰ ਦੇ ਮਿਲੇ ਇਸ ਕਾਇਆ ਰੂਪ ਸਾਧਨ 'ਚ, ਇਸ ਵਜੂਦ 'ਚ ਰਹਿੰਦਿਆਂ ਪਰਮਾਤਮਾ ਤੱਕ ਪਹੁੰਚ ਕਰ ਲਈ ਤਾਂ ਫਿਰ ਦੁਬਾਰਾ ਇਸ ਆਤਮਾ ਨੂੰ ਜਿਸਮ ਲੈਣ ਦੀ ਜ਼ਰੂਰਤ ਨਹੀਂ। ਸੋ ਅਖੀਰ ਫਿਰ ਅਸੀਂ ਵੀ ਸਾਰੇ ਕੋਸ਼ਿਸ਼ ਕਰੀਏ ਕਿ ਸਾਡੀ ਇਸ ਵਾਰ 'ਚ ਹੀ ਯਾਤਰਾ ਕੰਪਲੀਟ ਹੋ ਜਾਵੇ ਤੇ ਆਤਮਾ ਪਰਮਾਤਮਾ ਤੱਕ ਪਹੁੰਚ ਉਹਦੇ 'ਚ ਅਭੇਦ ਹੋ ਜਾਵੇ। ਪਰ ਉਸ ਨੂੰ ਪਰਮਾਤਮਾ ਤੱਕ ਪਹੁੰਚਣ ਲਈ ਮੂਲ ਦੀ ਸ਼ਨਾਖਤ ਹਾਸਲ ਕਰਨੀ ਪਵੇਗੀ। ਤੇ ਫਿਰ ਪਹਿਲ ਦੇ ਆਧਾਰ 'ਤੇ ਅਸੀਂ ਮੂਲ ਦੀ ਸ਼ਨਾਖਤ ਕਰੀਏ ਕਿ ਸਾਡਾ ਮੂਲ ਕੀ ਏ, ਅਸੀਂ ਅੰਸ਼ ਕਿਸ ਦੀ ਹਾਂ ਤੇ ਸਾਡਾ ਅਸਲ ਸਦੀਵੀ ਵਜੂਦ ਕੀ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।